ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਇ। ਨਾਨਕ ਤਿਸ ਬਲਿਹਾਰਣ, ਜਲ ਥਲ ਮਹੀਅਲ ਸੋਇ। ਅਸ਼ਟਪਦੀ। ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ। ਖਿਨ ਮਹਿ ਥਾਪ ਉਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਹੁਕਮੇ ਧਾਰ ਅਧਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ। ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ। ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮਹਿ ਰਹਿਆ ਸਮਾਏ। ਸ਼ਲੋਕ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਪ ਪਾਵਨ 10 ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ, दोहे था बाणी का बोहे था। महान परोपकारी सदगुरु पावन अमृत रूप बाणी सुखमनी साहिब जी दे अंदर पावन पवित्र उपदेश सानू बख्शिश कर रहे हैं। इस बाणी दे 24,000 अखर हैं। ਮਹਾਂਪੁਰਖ ਇਹ ਵੀ ਵਿਚਾਰ ਦੱਸਦੇ ਸਨ, 24 ਘੰਟਿਆਂ ਦੇ ਅੰਦਰ ਹਰ ਮਨੁੱਖ 24,000 ਹੀ ਸਵਾਸ ਲੈਂਦਾ ਹੈ। ਜਿਹੜਾ ਗੁਰਸਿੱਖ ਮਾਈ ਭਾਈ ਇਸ ਬਾਣੀ ਦਾ ਪਾਠ ਕਰੇ, ਇੱਕ ਇੱਕ ਸਵਾਸ ਤੇ ਇੱਕ ਇੱਕ ਬਾਣੀ ਦੇ ਅੱਖਰ ਦੀ ਮੋਹਰ ਲੱਗ ਜਾਂਦੀ ਹੈ। 24 ਘੰਟਿਆਂ ਦੇ ਸਾਰੇ ਸਵਾਸ ਸਫਲ ਹੋ ਜਾਂਦੇ ਹਨ। ਇਸ ਲਈ ਆਪ ਸੰਗਤਾਂ ਗੁਰਸਿੱਖ ਮਾਈ ਭਾਈ ਧੰਤਾ ਯੋਗ ਹੋ, ਜੋ ਇਸ ਪਾਵਨ ਬਾਣੀ ਦਾ ਪਾਠ ਵੀ ਕਰਦੇ ਹੋ ਅਤੇ ਨਾਲ ਇਸ ਦੀ ਵਿਚਾਰ ਵੀ ਸਰਵਣ ਕਰ ਰਹੇ ਹੋ। ਪਹਿਲੇ ਸ਼ਲੋਕ ਦੇ ਵਿੱਚ ਸਤਿਗੁਰੂ ਨੇ ਆਦਿ ਗੁਰੂ ਦਾ ਮੰਗਲਾਚਰਨ ਕੀਤਾ ਹੈ। ਅਸ਼ਟਪਦੀ ਵਿੱਚ ਸਿਮਰਨ ਦੀ ਮਹਿਮਾ, ਫਿਰ ਨਾਮ ਦੀ ਮਹਿਮਾ, ਹੋਰ ਸਾਧਨਾ ਦੇ ਮੁਕਾਬਲੇ ਤੇ ਨਾਮ ਦੀ ਵਡਿਆਈ, ਅਕਾਲ ਪੁਰਖ ਵਾਹਿਗੁਰੂ ਦੇ ਪਰਉਪਕਾਰ, ਦਾਤੇ ਨਾਲ ਜੋੜਨ ਦਾ ਉਪਦੇਸ਼, ਇਸ ਜੀਵ ਨੂੰ ਵਾਹਿਗੁਰੂ ਦੀਆਂ ਦਾਤਾਂ ਯਾਦ ਕਰਵਾ ਕੇ ਪ੍ਰਭੂ ਦੇ ਨਾਮ ਜਪਣ ਦਾ ਉਪਦੇਸ਼, ਸਾਧ ਸੰਗਤ ਦੀ ਮਹਿਮਾ, ਬ੍ਰਹਮ ਗਿਆਨੀ ਦੀ ਅਵਸਥਾ ਦਾ ਨਿਰਣਾ,
ਅਤੇ ਇਸ ਦੇ ਨਾਲ ਹੀ 9ਵੀਂ ਅਸ਼ਟਪਦੀ ਅੰਦਰ ਵੱਖੋ ਵੱਖਰੇ ਭੇਖਾਂ ਦਾ ਨਿਰਣਾ, ਅਨੇਕ ਪ੍ਰਕਾਰ ਦੀ ਸ੍ਰਿਸ਼ਟੀ ਦਾ ਵਰਣਨ ਕਰਕੇ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ 11ਵੇਂ ਸ਼ਲੋਕ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਅਤੇ ਇਸ ਮਨੁੱਖ ਦੀ ਜੋ ਅਸਮਰੱਥਾ ਦਾ ਪ੍ਰਗਟਾਵਾ ਕਰ ਰਹੇ ਹਨ। ਆਪ ਸੰਗਤਾਂ ਬੜੇ ਪ੍ਰੇਮ ਤੇ ਸ਼ਰਧਾ ਦੇ ਨਾਲ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰ ਪ੍ਰੇਮ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਇ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਗੁਰਮੁਖੋ ਸਾਰੇ ਕਾਰਨਾਂ ਨੂੰ ਕਰਨ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ, ਦੂਸਰ ਨਾਹੀ ਕੋਈ। ਉਹ ਸਰਬ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਉਸ ਜਿਹਾ ਨਹੀਂ ਹੋ ਸਕਦਾ। ਕਾਰਨ ਦਾ ਜੋ ਅਰਥ ਹੈ ਮਹਾਂਪੁਰਖ ਇਸ ਤਰ੍ਹਾਂ ਵੀ ਕਰਦੇ ਸਨ। ਕਾਰਨ ਦੋ ਪ੍ਰਕਾਰ ਦੇ ਮੰਨੇ ਗਏ ਹਨ। ਇੱਕ ਉਪਾਦਾਨ ਕਾਰਨ ਹੁੰਦਾ ਹੈ, ਦੂਸਰਾ ਨਿਮਿਤ ਕਾਰਨ ਹੁੰਦਾ ਹੈ। ਜਿਵੇਂ ਕੋਈ ਘੁਮਿਆਰ ਘੜਾ ਬਣਾਉਂਦਾ ਹੈ, ਉਹਦੇ ਵਿੱਚ ਮਿੱਟੀ ਉਪਾਦਾਨ ਕਾਰਨ ਹੈ ਤੇ ਘੁਮਿਆਰ ਨਿਮਿਤ ਕਾਰਨ ਹੈ। ਕੋਈ ਸੁਨਿਆਰ ਸੋਨੇ ਦੇ ਗਹਿਣੇ ਘੜਦਾ ਹੈ, ਸੋਨਾ ਉਪਾਦਾਨ ਕਾਰਨ ਹੈ ਤੇ ਸੁਨਿਆਰ ਨਿਮਿਤ ਕਾਰਨ ਹੈ। ਕਾਰਨ ਜਿਹੜਾ ਸ਼ਬਦ ਹੈ ਇਹਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਅਸਾਧਾਰਨ ਕਾਰਣੰ ਕਰਣਮ। ਜਿਹੜੇ ਵਿਚਲੇ ਉਪਕਰਨ ਹੁੰਦੇ ਹਨ ਜਿਨ੍ਹਾਂ ਤੋਂ ਬਿਨਾਂ ਕੁਝ ਹੋ ਨਹੀਂ ਸਕਦਾ, ਉਹਨਾਂ ਨੂੰ ਕਾਰਨ ਆਖਿਆ ਹੈ। ਜਿਵੇਂ ਫਰਜ਼ ਕਰੋ ਮਿੱਟੀ ਵੀ ਹੈ, ਘੁਮਿਆਰ ਵੀ ਹੈ, ਪਰ ਉਹਦੇ ਪਾਸ ਉਹ ਸਾਧਨ ਨਹੀਂ, ਪਾਣੀ ਨਹੀਂ ਹੈ ਜਿਹਦੇ ਨਾਲ ਉਸਨੇ ਮਿੱਟੀ ਤਿਆਰ ਕਰਨੀ ਹੈ। ਉਹਦੇ ਕੋਲੇ ਚੱਕ ਨਹੀਂ ਹੈ ਜਿਹਦੇ ਉੱਤੇ ਘੜਾ ਬਣਾਉਣਾ ਹੈ। ਉਹਦੇ ਕੋਲੇ ਹੋਰ ਜਿਹੜੇ ਸਾਧਨ ਨਹੀਂ ਤੇ ਉਹ ਘੜਾ ਨਹੀਂ ਬਣ ਸਕੇਗਾ। ਸੁਨਿਆਰ ਭਾਵੇਂ ਹਾਜ਼ਰ ਵੀ ਹੈ, ਸੋਨਾ ਵੀ ਉਹਦੇ ਕੋਲ ਹੈ, ਪਰ ਜੇ ਉਹਦੇ ਔਜ਼ਾਰ ਨਹੀਂ ਤੇ ਉਹ ਵੀ ਕਾਮਯਾਬ ਨਹੀਂ ਹੋ ਸਕਦਾ। ਇਸੇ ਲਈ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ, ਜਿਹੜੇ ਸ੍ਰਿਸ਼ਟੀ ਰਚਨਾ ਦੇ ਕੁਝ ਕਾਰਨ ਨੇ, ਕੁਛ ਉਪਾਦਾਨ ਕਾਰਨ ਨੇ, ਕੁਛ ਨਿਮਿਤ ਕਾਰਨ ਹਨ, ਕੁਝ ਸਾਧਾਰਨ, ਕੁਝ ਵਿਸ਼ੇਸ਼ ਕਾਰਨ ਵੀ ਹਨ। ਪਰ ਹਜ਼ੂਰ ਕਹਿੰਦੇ ਨੇ ਚਾਹੇ ਕਿੰਨੇ ਵੀ ਕਾਰਨ ਨੇ ਤੇ ਚਾਹੇ ਕਿੰਨੇ ਵੀ ਉਪਕਰਨ ਨੇ, ਪਰ ਉਹਨਾਂ ਸਾਰਿਆਂ ਨੂੰ ਪੈਦਾ ਕਰਨ ਵਾਲਾ ਇੱਕ ਅਕਾਲ ਪੁਰਖ ਹੀ ਹੈ। ਚਾਹੇ ਉਹ ਪੰਜ ਤੱਤ ਹਨ ਤੇ ਚਾਹੇ ਉਹ ਪ੍ਰਕਿਰਤੀ ਹੈ, ਚਾਹੇ ਕੁਦਰਤ ਹੈ, ਚਾਹੇ ਅਗਿਆਨ ਹੈ, ਚਾਹੇ ਅਵਿਦਿਆ ਹੈ, ਕੁਝ ਵੀ ਹੈ। ਇਹ ਸਾਰੇ ਸ੍ਰਿਸ਼ਟੀ ਰਚਨਾ ਦੇ ਕਾਰਨ ਮੰਨੇ ਗਏ ਹਨ। ਪਰ ਹਜ਼ੂਰ ਕਹਿੰਦੇ ਨੇ ਅਸਲੀ ਸਾਰੇ ਕਾਰਨਾਂ ਦਾ ਮੁੱਖ ਕਾਰਨ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੈ। ਉਸ ਤੋਂ ਬਿਨਾਂ ਕੋਈ ਹੋਰ ਦੂਸਰਾ ਉਹਦੇ ਜਿਹਾ ਹੋ ਹੀ ਨਹੀਂ ਸਕਦਾ। ਨਾਨਕ ਤਿਸ ਬਲਿਹਾਰਣੈ ਜਲ ਥਲ ਮਹੀਅਲ ਸੋਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਉਸ ਤੋਂ ਬਲਿਹਾਰ ਜਾਂਦੇ ਹਾਂ। ਉਹ ਹੈ ਕਿੱਥੇ? ਉਹ ਜਲਾਂ ਵਿੱਚ ਵੀ ਹੈ, ਸਮੁੰਦਰਾਂ ਵਿੱਚ ਵੀ ਹੈ ਤੇ ਥਲ ਜਿਹੜੀ ਖੁਸ਼ਕ ਧਰਤੀ ਹੈ ਉੱਥੇ ਵੀ ਮੌਜੂਦ ਹੈ। ਮਹੀਅਲ ਸੋਏ, ਮਹੀ ਦਾ ਅਰਥ ਹੈ ਧਰਤੀ ਤੇ ਆਕਾਸ਼ ਦੇ ਉੱਪਰ ਵੀ ਉਹ ਪਰਿਪੂਰਨ ਹੈ, ਕਿਉਂਕਿ ਸਤਿਗੁਰੂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਰਵ ਵਿਆਪਕ ਦੱਸਿਆ ਹੈ। ਅੱਗੇ ਚੱਲ ਕੇ ਹਜ਼ੂਰ ਨੇ ਨਿਰਣਾ ਕੀਤਾ ਹੈ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਇਉਂ ਵਾਹਿਗੁਰੂ ਸਭ ਥਾਂ ਵਿਆਪਕ ਹੈ। ਅਥਵਾ ਜਲ ਜਿਹੜੇ ਪ੍ਰੇਮੀ ਨੇ,
ਥਲ ਸਕਾਮੀ ਹਨ। ਮਹੀ ਜਿਹੜੇ ਬੁੱਧੀਵਾਨ ਨੇ, ਵਿਦਵਾਨ ਲੋਕ ਨੇ, ਤੇ ਅਲ ਜਿਹੜੇ ਦਸਵੇਂ ਦੁਆਰ ਦੇ ਵਿੱਚ ਸਵਾਸ ਚੜਾਉਣ ਵਾਲੇ ਬੜੇ ਬੜੇ ਯੋਗੀ ਨੇ, ਉਹਨਾਂ ਦੇ ਵਿੱਚ ਵੀ ਸਾਰਿਆਂ ਵਿੱਚ ਅਕਾਲ ਪੁਰਖ ਵਾਹਿਗੁਰੂ ਹੀ ਵਸ ਰਿਹਾ ਹੈ। ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਸ਼ਲੋਕ ਦਾ ਕੇਂਦਰੀ ਭਾਵ ਹੈ, ਹੁਣ ਉਹਦੀ ਅੱਗੇ ਵਿਆਖਿਆ ਕਰ ਰਹੇ ਹਨ। ਉਹ ਵਾਹਿਗੁਰੂ ਪਰਮੇਸ਼ਰ ਸਭ ਕੁਝ ਕਰਨ ਵਾਸਤੇ ਤੇ ਕਰਾਉਣ ਵਾਸਤੇ ਵੀ ਯੋਗ ਸਮਰੱਥ ਹੈ। ਇਹਦਾ ਮਤਲਬ ਇਹ ਹੈ, ਕਈ ਕੰਮ ਐਸੇ ਨੇ ਜਿਹੜਾ ਮਨੁੱਖ ਆਪ ਕਰ ਸਕਦਾ ਹੈ, ਕੁਝ ਅਜਿਹੇ ਕੰਮ ਵੀ ਹੁੰਦੇ ਨੇ ਜਿਹੜੇ ਅਸੀਂ ਖੁਦ ਨਹੀਂ ਕਰ ਸਕਦੇ, ਦੂਸਰੇ ਪਾਸੋਂ ਕਰਵਾਉਣੇ ਪੈਂਦੇ ਨੇ। ਪਰ ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਸਰਵ ਕਲਾ ਸਮਰੱਥ ਹੈ। ਉਹ ਸਭ ਕੁਝ ਕਰਨ ਵਾਸਤੇ ਵੀ ਤੇ ਕਰਾਉਣ ਵਾਸਤੇ ਵੀ ਯੋਗ ਲਾਇਕ ਅਤੇ ਸਮਰੱਥ ਹੈ। ਜੋ ਤਿਸ ਭਾਵੈ ਸੋਈ ਹੋਗ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜੋ ਉਸ ਵਾਹਿਗੁਰੂ ਨੂੰ ਭਾਉਂਦਾ ਹੈ ਸੋਈ ਹੋਗ, ਉਹੀ ਹੋਗ ਦਾ ਅਰਥ ਹੋਵੇਗਾ। ਪਿੱਛੇ ਵੀ ਉਹੀ ਹੋਇਆ, ਹੁਣ ਵੀ ਉਹੀ ਹੋ ਰਿਹਾ ਹੈ। ਤੇ ਜਿਹੜਾ ਹੋਗ ਸ਼ਬਦ ਹੈ ਇਹ ਭਵਿੱਖਤ ਕਾਲ ਦੀ ਕਿਰਿਆ ਹੈ। ਜੋ ਉਸ ਵਾਹਿਗੁਰੂ ਨੂੰ ਪਾਉਂਦਾ ਹੈ ਉਹੀ ਹੋਵੇਗਾ। ਖਿਨ ਮਹਿ ਥਾਪ ਉਥਾਪਨ ਹਾਰਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਕੈਸਾ ਸਮਰੱਥ ਹੈ। ਉਹ ਇੱਕ ਖਿਨ ਦੇ ਵਿੱਚ ਹੀ, ਘੱਟ ਸ਼ਬਦ ਕਿਹਾ 2 ਕਸ਼ਣ ਬਤੀਤ ਹੁੰਦੇ ਨੇ, ਭਾਵ ਅੱਧੇ ਸੈਕਿੰਡ ਦੇ ਵਿੱਚ ਹੀ ਉਹ ਵਾਹਿਗੁਰੂ ਪਰਮੇਸ਼ਰ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ ਤੇ ਉਥਾਪਨ ਹਾਰਾ ਦੂਸਰੇ ਖਿੰਨ ਦੇ ਵਿੱਚ ਹੀ ਉਸ ਨੂੰ ਢਾਹ ਦੇਣ ਵਾਲਾ ਹੈ। ਉਸ ਵਾਹਿਗੁਰੂ ਵਿੱਚ ਏਡੀ ਵੱਡੀ ਪਾਵਰ ਹੈ। ਆਹ ਵੇਖ ਲਓ ਕਿਤਨਾ ਵੱਡਾ ਸੰਸਾਰ ਹੈ। ਆਹ ਧਰਤੀ ਹੈ ਅਤੇ ਹੋਰ ਅਨੇਕਾਂ ਗ੍ਰਹਿ ਨੇ, ਕਿੱਡਾ ਵੱਡਾ ਸੰਸਾਰ ਹੈ। ਉਹ ਅਕਾਲ ਪੁਰਖ ਵਾਹਿਗੁਰੂ ਅੱਧੇ ਸੈਕਿੰਡ ਦੇ ਵਿੱਚ ਹੀ ਇਸ ਨੂੰ ਬਣਾ ਸਕਦਾ ਹੈ ਤੇ ਅੱਧੇ ਸੈਕਿੰਡ ਦੇ ਵਿੱਚ ਹੀ ਉਸ ਨੂੰ ਨਾਸ਼ ਕਰ ਸਕਦਾ ਹੈ। ਅੰਤ ਨਹੀਂ ਕਿਛ ਪਾਰਾ ਵਾਰਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਦੀ ਸ਼ਕਤੀ, ਉਸ ਦੀ ਪਾਵਰ ਇਤਨੀ ਮਹਾਨ ਹੈ, ਕੋਈ ਉਹਦੇ ਉਰਵਾਰ ਪਾਰ ਦਾ ਅੰਤ ਵੀ ਨਹੀਂ ਜਾਣ ਸਕਦਾ। ਹੁਕਮੇ ਧਾਰ ਅਧਾਰ ਰਹਾਵੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖੋ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਭ ਕੁਝ ਹੋ ਰਿਹਾ ਹੈ। ਹੁਕਮੇ ਧਾਰ, ਉਹ ਵਾਹਿਗੁਰੂ ਆਪਣੇ ਹੁਕਮ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਨੂੰ ਧਾਰ ਕੇ, ਭਾਵ ਬਣਾ ਕੇ ਅਧਾਰ ਰਹਾਵੈ। ਅਧਾਰ ਦਾ ਅਰਥ ਹੈ ਬਿਨਾਂ ਕਿਸੇ ਬਾਹਰੀ ਆਸਰੇ ਤੋਂ ਉਸ ਨੂੰ ਟਿਕਾ ਰਿਹਾ ਹੈ। ਹੁਣ ਜਦੋਂ ਆਪਾਂ ਉੱਪਰਲੇ ਗ੍ਰਹਿ ਵੱਲ ਨਜ਼ਰ ਮਾਰ ਕੇ ਵੇਖਦੇ ਹਾਂ, ਹੁਣ ਉਹਨਾਂ ਥੱਲੇ ਕੋਈ ਪਿੱਲਰ ਜਾਂ ਸਪੋਰਟ ਥੋੜ੍ਹਾ ਹੈ। ਇਹ ਇੱਕ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਦੇ ਆਸਰੇ ਹੀ ਸਾਰੇ ਖੜੇ ਨੇ। ਹੁਣ ਇਹ ਧਰਤੀ ਵੀ ਘੁੰਮ ਰਹੀ ਹੈ, ਹੋਰ ਗ੍ਰਹਿ ਵੀ ਸਾਰੇ ਚੱਕਰ ਲਾ ਰਹੇ ਨੇ, ਤੇ ਇਹਨਾਂ ਦੇ ਪਿੱਛੇ ਕਿਹੜੀ ਓਟ ਹੈ, ਕਿਹੜੀ ਸਪੋਰਟ ਹੈ, ਕਿਸੇ ਨੂੰ ਕੁਝ ਪਤਾ ਨਹੀਂ ਲੱਗ ਸਕਦਾ। ਇਹ ਵਾਹਿਗੁਰੂ ਦੀ ਸ਼ਕਤੀ ਦੇ ਆਸਰੇ ਹੀ ਸਾਰੇ ਖੜੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਉਹ ਵਾਹਿਗੁਰੂ ਆਪਣੇ ਹੁਕਮ ਦੇ ਵਿੱਚ ਹੀ ਸਾਰੇ ਸੰਸਾਰ ਨੂੰ ਬਣਾ ਕੇ, ਤੇ ਆਧਾਰ ਦਾ ਅਰਥ ਹੈ ਬਿਨਾਂ ਆਸਰੇ ਤੋਂ ਹੀ, ਫਿਰ ਉਹ ਆਪਣੀ ਸ਼ਕਤੀ ਦੇ ਆਸਰੇ ਹੀ ਇਹਨਾਂ ਨੂੰ ਟਿਕਾ ਰਿਹਾ ਹੈ। ਹੁਕਮੇ ਉਪਜੈ ਹੁਕਮ ਸਮਾਵੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਤਨੇ ਵੀ ਜੀਵ ਜੰਤ ਨੇ, ਜਿਤਨਾ ਸੰਸਾਰ ਹੈ, ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਪੈਦਾ ਹੁੰਦਾ ਹੈ ਤੇ ਹੁਕਮ ਦੇ ਵਿੱਚ ਹੀ ਸਮਾਵੈ ਦਾ ਅਰਥ ਲੀਨ ਹੋ ਜਾਂਦਾ ਹੈ, ਭਾਵ ਨਾਸ ਹੋ ਜਾਂਦਾ ਹੈ। ਜਿਵੇਂ ਕਲਗੀਧਰ ਪਾਤਸ਼ਾਹ ਨੇ ਚੌਪੀ ਸਾਹਿਬ ਬਾਣੀ ਵਿੱਚ ਲਿਖਿਆ ਹੈ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਤਰਤ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ। ਜਦੋਂ ਵਾਹਿਗੁਰੂ ਪਰਮੇਸ਼ਰ ਉਦ ਕਰਖ ਦਾ ਅਰਥ ਹੈ ਕੋਈ ਫੁਰਨਾ ਕਰਦਾ ਹੈ, ਉਸ ਵੇਲੇ ਸੰਸਾਰ ਬਣ ਜਾਂਦਾ ਹੈ, ਤੇ ਜਦੋਂ ਉਹ ਆਪਣੇ ਫੁਰਨੇ ਨੂੰ ਸੰਕੋਚ ਲੈਂਦਾ ਹੈ, ਉਸੇ ਵੇਲੇ ਸੰਸਾਰ ਨਾਸ਼ ਹੋ ਜਾਂਦਾ ਹੈ। ਹੁਕਮੇ ਊਚ ਨੀਚ ਵਿਵਹਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਇਹ ਜੀਵ ਉੱਚਾ ਤੇ ਨੀਵਾਂ ਵਿਵਹਾਰ ਕਰ ਰਹੇ ਨੇ।
ਉੱਚਾ ਵਿਵਹਾਰ ਕਿਹੜਾ ਹੈ? ਸ਼ੁਭ ਕਰਮਾਂ ਦਾ। ਤੇ ਨੀਵਾਂ ਵਿਵਹਾਰ ਕਿਹੜਾ ਹੈ? ਪਾਪ ਰੂਪ ਕਰਮਾਂ ਦਾ। ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਜਿਤਨੇ ਜੀਵ ਨੇ ਉੱਚੇ ਨੀਵੇਂ ਕਰਮਾਂ ਦਾ ਵਿਵਹਾਰ ਵਪਾਰ ਕਰ ਰਹੇ ਹਨ। ਹੁਕਮੇ ਅਨਕ ਰੰਗ ਪ੍ਰਕਾਰ। ਜਾਂ ਇਸ ਦਾ ਦੂਜਾ ਅਰਥ ਇਹ ਵੀ ਕੀਤਾ ਹੈ, ਹੁਕਮੇ ਊਚ ਨੀਚ ਵਿਵਹਾਰ। ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਇਹ ਜਿਹੜੇ ਜੀਵ ਨੇ, ਊਚ ਦਾ ਅਰਥ ਹੈ ਚੜ੍ਹਦੀ ਕਲਾ ਦੇ ਵਿੱਚ ਕੋਈ ਕੰਮਕਾਰ ਕਰਦੇ ਨੇ, ਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਨੀਚ ਦਾ ਅਰਥ ਹੈ ਢਹਿੰਦੀ ਕਲਾ ਦੇ ਵਿੱਚ। ਜਦੋਂ ਮਨ ਦੀ ਬੜੀ ਮਾਯੂਸੀ ਜੀ ਹਾਲਤ ਹੋ ਜਾਂਦੀ ਹੈ, ਉਸ ਵੇਲੇ ਕਈ ਵਿਵਹਾਰ ਕਰਦੇ ਨੇ। ਭਾਵ ਮਨ ਦੀ ਅਵਸਥਾ ਇੱਕ ਸਮਾਨ ਹੀ ਨਾ ਰਹਿੰਦੀ, ਖਿਨ ਤੋਲਾ ਖਿਨ ਮਾਸਾ ਵਾਲੀ ਹਾਲਤ ਬਣੀ ਰਹਿੰਦੀ ਹੈ। ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਆਦਮੀ ਕਦੇ ਚੜ੍ਹਦੀ ਕਲਾ ਦੇ ਵਿੱਚ, ਕਦੇ ਢਹਿੰਦੀ ਕਲਾ ਦੇ ਵਿੱਚ ਵਿਵਹਾਰ ਕਰਦੇ ਨੇ। ਹੁਕਮੇ ਅਨਕ ਰੰਗ ਪ੍ਰਕਾਰ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਅਨੇਕ ਪ੍ਰਕਾਰ ਦੇ ਜਿਹੜੇ ਰੰਗ ਨੇ ਉਸ ਸੰਸਾਰ ਦੇ ਵਿੱਚ ਪੈਦਾ ਹੋ ਰਹੇ ਹਨ। ਕਰ ਕਰ ਦੇਖੈ ਆਪਣੀ ਵਡਿਆਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਸੰਸਾਰ ਨੂੰ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰ ਕਰਕੇ ਫਿਰ ਉਸ ਨੂੰ ਦੇਖਦਾ ਹੈ, ਉਸ ਦੀ ਨਜ਼ਰਸਾਨੀ ਕਰਦਾ ਹੈ। ਆਪਣੀ ਵਡਿਆਈ, ਜਿਵੇਂ ਉਸ ਦੀ ਆਪਣੀ ਵਡਿਆਈ ਦਾ ਅਰਥ ਮੌਜ ਹੈ, ਉਸੇ ਤਰ੍ਹਾਂ ਹੀ ਕਰਦਾ ਹੈ। ਨਾਨਕ ਸਭ ਮਹਿ ਰਹਿਆ ਸਮਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਵਿੱਚ ਹੀ ਸਮਾ ਰਿਹਾ ਹੈ, ਸਾਰਿਆਂ ਵਿੱਚ ਹੀ ਲੀਨ ਹੋ ਰਿਹਾ ਹੈ। ਪ੍ਰਭ ਭਾਵੈ ਮਨੁਖ ਗਤ ਪਾਵੈ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਸਮਰੱਥਾ ਦਾ ਜ਼ਿਕਰ ਕਰਨ ਲੱਗੇ ਹਨ। ਪ੍ਰਭ ਭਾਵੈ, ਜੇ ਉਸ ਵਾਹਿਗੁਰੂ ਨੂੰ ਪਾ ਜਾਵੇ, ਮਨੁਖ ਗਤ ਪਾਵੈ। ਇਹ ਜਿਹੜਾ ਮਨੁੱਖ ਹੈ ਸਦਗਤੀ ਨੂੰ ਪ੍ਰਾਪਤ ਕਰ ਸਕਦਾ ਹੈ, ਭਾਵ ਜੀਵਨ ਦੇ ਵਿੱਚ ਸਫਲਤਾ ਨੂੰ ਪ੍ਰਾਪਤ ਕਰ ਸਕਦਾ ਹੈ। ਅਥਵਾ ਗਤ ਦਾ ਅਰਥ ਹੈ ਮੁਕਤੀ। ਜੇ ਵਾਹਿਗੁਰੂ ਨੂੰ ਪਾ ਜਾਵੇ ਤੇ ਫਿਰ ਇਹ ਮਨੁੱਖ, ਗਤ ਦਾ ਅਰਥ ਹੈ ਮੁਕਤੀ, ਕਲਿਆਣ ਪ੍ਰਾਪਤ ਕਰ ਸਕਦਾ ਹੈ। ਪ੍ਰਭ ਭਾਵੈ ਤਾਂ ਪਾਥਰ ਤਰਾਵੈ। ਲਓ, ਜੇ ਵਾਹਿਗੁਰੂ ਪਰਮੇਸ਼ਰ ਨੂੰ ਪਾ ਜਾਵੇ, ਉਹ ਤਾਂ ਪੱਥਰਾਂ ਨੂੰ ਵੀ ਤਾਰ ਸਕਦਾ ਹੈ। ਵਾਹਿਗੁਰੂ ਸਮਰੱਥ ਹੈ, ਉਹ ਚਾਹੇ ਪੱਥਰਾਂ ਨੂੰ ਵੀ ਤਾਰ ਸਕਦਾ ਹੈ। ਪ੍ਰਤੱਖ ਵੀ ਉਹ ਪੱਥਰਾਂ ਨੂੰ ਤਾਰ ਸਕਦਾ ਹੈ। ਜਿਵੇਂ ਰਾਮਚੰਦਰ ਜੀ ਨੇ ਰਾਮੇਸ਼ਵਰ ਤੋਂ ਲੰਕਾ ਜਾਣ ਵਾਸਤੇ ਪੁਲ ਬੰਨਿਆ ਸੀ, ਤੇ ਫਿਰ ਉਹ ਸਮੁੰਦਰ ਬਹੁਤ ਡੂੰਘਾ ਸੀ ਤੇ ਪੱਥਰ ਡੁੱਬ ਜਾਂਦੇ ਸਨ। ਤੇ ਫਿਰ ਉਹ ਵਸਿਸ਼ਠ ਜੀ ਨੇ ਆਖਿਆ, ਤੁਸੀਂ ਉੱਤੇ ਰਾਮ ਨਾਮ ਲਿਖ ਦਿਓ। ਰਾਮ ਪਰਮੇਸ਼ਰ ਦਾ ਨਾਮ ਸੀ। ਜਦੋਂ ਉਹਨਾਂ ਤੇ ਰਾਮ ਨਾਮ ਲਿਖਿਆ ਤੇ ਪੱਥਰ ਵੀ ਤਰ ਪਏ ਸਨ। ਇਸ ਲਈ ਵਾਹਿਗੁਰੂ ਨੂੰ ਭਾਵੇ, ਇਹ ਨਾਮ ਦੀ ਸ਼ਕਤੀ ਹੈ, ਤਾਂ ਉਹ ਪੱਥਰਾਂ ਨੂੰ ਵੀ ਤਾਰ ਸਕਦਾ ਹੈ। ਅਥਵਾ ਜਿਹੜੇ ਪੱਥਰ ਵਰਗੇ ਮਹਾ ਪਾਪੀ ਨੇ ਤੇ ਬਹੁਤ ਨੀਵੇਂ ਆਚਰਣ ਵਾਲੇ ਨੇ, ਤੇ ਜਿਹੜੇ ਦਿਲ ਦੇ ਵੀ ਕਠੋਰ ਨੇ, ਉਹਨਾਂ ਨੂੰ ਵੀ ਵਾਹਿਗੁਰੂ ਤਾਰ ਸਕਦਾ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਲੋ, ਵਾਹਿਗੁਰੂ ਦੀ ਤਾਂ ਏਡੀ ਵੱਡੀ ਸ਼ਕਤੀ ਹੈ। ਵਾਹਿਗੁਰੂ ਚਾਹੇ ਕਿਸੇ ਨੂੰ ਬਿਨਾਂ ਸਵਾਸਾਂ ਤੋਂ ਵੀ ਬਚਾ ਕੇ ਰੱਖ ਸਕਦਾ ਹੈ। ਹੁਣ ਜਿੰਨੇ ਵੀ ਜੀਵ ਨੇ ਸਾਰੇ ਸਵਾਸਾਂ ਦੇ ਆਸਰੇ ਜੀਵਤ ਨੇ। ਜਿੰਨਾ ਚਿਰ ਤੱਕ ਸਵਾਸ ਚੱਲਦੇ ਨੇ ਉਹਨਾਂ ਚਿਰ ਹੀ ਹਰ ਮਨੁੱਖ ਜਿੰਦਾ ਹੈ, ਤੇ ਜਦੋਂ ਸਵਾਸ ਰੁਕ ਜਾਂਦੇ ਨੇ ਤੇ ਮੌਤ ਹੋ ਜਾਂਦੀ ਹੈ। ਪਰ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਨੂੰ ਭਾਵੇਂ ਉਹ ਬਿਨਾਂ ਸਵਾਸਾਂ ਤੋਂ ਵੀ ਰੱਖ ਸਕਦਾ ਹੈ। ਇਹਦਾ ਮਤਲਬ ਇਹ ਹੈ ਕਿ ਕਈ ਵਾਰੀ ਆਦਮੀ ਮਰ ਵੀ ਜਾਂਦਾ ਹੈ, ਪਰ ਉਹਦੀ ਜਦੋਂ ਬਾਕੀ ਭੋਗਣ ਵਾਲੀ ਉਮਰ ਰਹਿੰਦੀ ਹੈ ਤੇ ਫਿਰ ਦੁਬਾਰਾ ਵਾਹਿਗੁਰੂ ਉਸ ਨੂੰ ਜ਼ਿੰਦਗੀ ਵੀ ਦੇ ਦਿੰਦਾ ਹੈ। ਜਿਵੇਂ ਅਕਸਰ ਆਪਾਂ ਕਈ ਵਾਰੀ ਐਸੀਆਂ ਘਟਨਾਵਾਂ ਦੇਖਦੇ ਹਾਂ, ਕੋਈ ਐਕਸੀਡੈਂਟ ਹੋ ਜਾਂਦਾ ਹੈ, ਕਿਸੇ ਨੂੰ ਹਾਰਟ ਅਟੈਕ ਹੋ ਜਾਂਦਾ ਹੈ, ਤੇ ਫਿਰ ਆਪਾਂ ਇਹ ਗੱਲ ਕਹਿ ਦਿੰਦੇ ਹਾਂ ਵੀ ਇਹ ਤੇ ਮੌਤ ਦੇ ਮੂੰਹ ਵਿੱਚੋਂ ਨਿਕਲਿਆ। ਇਹਦਾ ਮਤਲਬ ਇਹ ਹੁੰਦਾ ਵੀ ਵਾਹਿਗੁਰੂ ਪਰਮੇਸ਼ਰ ਨੂੰ ਭਾਵੇ, ਉਹ ਮੌਤ ਦੇ ਮੂੰਹ ਦੇ ਵਿੱਚੋਂ ਵੀ ਬਚਾ ਸਕਦਾ ਹੈ, ਉਹ ਬਿਨਾਂ ਸਵਾਸਾਂ ਤੋਂ ਵੀ ਰੱਖ ਸਕਦਾ ਹੈ। ਅੱਜ ਕੱਲ੍ਹ ਤਾਂ ਹੁਣ ਜਿਹੜੀ ਸਾਇੰਸ ਨੇ ਵੀ ਕੁਛ ਆਕਸੀਜਨ ਵਗੈਰਾ ਕੁਛ ਐਸੀਆਂ ਮਸ਼ੀਨਾਂ ਤਿਆਰ ਕੀਤੀਆਂ ਨੇ, ਉਹ ਆਦਮੀ ਨੂੰ ਨਕਲੀ ਸਵਾਸ ਦੇ ਕੇ ਵੀ ਜਿੰਨਾ ਚਿਰ ਮਰਜ਼ੀ ਰੱਖ ਸਕਦੇ ਹੈ। ਇਹ ਵੀ ਇੱਕ ਨਵੀਂ ਪ੍ਰਕਿਰਿਆ ਸ਼ੁਰੂ ਹੋਈ ਹੈ। ਇਹ ਵੀ ਇਸ ਪੰਕਤੀ ਦੇ ਆਧਾਰ ਤੇ ਹੀ ਸਭ ਕੁਝ ਹੋ ਰਿਹਾ ਹੈ। ਵਾਹਿਗੁਰੂ ਨੂੰ ਭਾਵੇਂ ਬਿਨਾਂ ਸਵਾਸਾਂ ਤੋਂ ਵੀ ਰੱਖ ਸਕਦਾ ਹੈ।
ਇੱਕ ਹੋਰ ਸੂਖਮ ਭਾਵ ਇਹਦੇ ਵਿੱਚ ਇਹ ਵੀ ਹੈ ਵੀ ਜਿਹੜੇ ਬੜੇ ਬੜੇ ਯੋਗੀ ਨੇ ਉਹ ਆਪਣੇ ਸੁਆਸਾਂ ਨੂੰ 10ਵੇਂ ਦੁਆਰ ਦੇ ਵਿੱਚ ਚੜਾ ਲੈਂਦੇ ਨੇ ਤੇ ਉਹਨਾਂ ਦਾ ਸਰੀਰ ਕਈ ਕਈ ਸਾਲਾਂ ਤੱਕ ਕਈ ਕਈ ਸਦੀਆਂ ਤੱਕ ਇੱਥੋਂ ਤੱਕ ਕਈ ਕਈ ਯੁਗਾਂ ਤੱਕ ਵੀ ਉਹਨਾਂ ਦਾ ਬਣਿਆ ਰਹਿੰਦਾ। ਇਹ ਵੀ ਇੱਕ ਕਿੱਡੀ ਵੱਡੀ ਗੱਲ ਹੈ। ਨਹੀਂ ਸਾਡਾ ਸਰੀਰ ਇਹ ਅੰਨ ਪਾਣੀ ਤੋਂ ਬਿਨਾਂ ਥੋੜ੍ਹੇ ਦਿਨ ਹੀ ਬਚ ਸਕਦਾ, ਇੰਨਾ ਲੰਬਾ ਸਮਾਂ ਨਹੀਂ ਰਹਿ ਸਕਦਾ। ਪਰ ਵੇਖ ਲਓ ਉਹ ਯੋਗ ਸ਼ਕਤੀ ਦੇ ਆਸਰੇ ਵਾਹਿਗੁਰੂ ਨੂੰ ਭਾਵੇ ਉਹ ਬਿਨਾਂ ਸਵਾਸਾਂ ਤੋਂ ਵੀ ਯੁੱਗਾਂ ਤੱਕ ਕਿਸੇ ਨੂੰ ਜਿਉਂਦਾ ਰੱਖ ਸਕਦਾ ਹੈ। ਪ੍ਰਭ ਭਾਵੈ ਤਾਂ ਹਰ ਗੁਣ ਭਾਖੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੇ ਵਾਹਿਗੁਰੂ ਨੂੰ ਭਾਵੇ ਤਾਂ ਇਹ ਜੀਵ ਵਾਹਿਗੁਰੂ ਦੇ ਗੁਣਾਂ ਨੂੰ ਭਾਖਿਆ ਦਾ ਅਰਥ ਉਚਾਰਨ ਕਰਦਾ ਹੈ। ਇਹਦਾ ਮਤਲਬ ਇਹ ਹੈ ਵੀ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਉਹਦੀ ਸਿਫਤ ਸਲਾਹ ਵੀ ਨਹੀਂ ਹੋ ਸਕਦੀ। ਪ੍ਰਭ ਭਾਵੈ ਤਾਂ ਪਤ ਤੇ ਉਧਾਰੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੇ ਵਾਹਿਗੁਰੂ ਨੂੰ ਭਾ ਜਾਵੇ ਜਿਹੜੇ ਪਤਿਤ ਪਾਪੀ ਨੇ ਆਚਰਣਹੀਨ ਮਨੁੱਖ ਨੇ ਗਨਕਾ ਤੇ ਅਜਾਮਲ ਵਰਗਿਆਂ ਨੂੰ ਵੀ ਉਤਾਰ ਦਿੰਦਾ ਹੈ। ਆਪ ਕਰੈ ਆਪਨ ਵਿਚਾਰੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਆਪਣੇ ਵਿਚਾਰ ਦੇ ਮੁਤਾਬਕ ਆਪ ਹੀ ਉਹ ਫੈਸਲਾ ਕਰਦਾ ਹੈ। ਉਹਨੂੰ ਕਿਸੇ ਦੀ ਹੋਰ ਸਲਾਹ ਨਹੀਂ ਲੈਣੀ ਪੈਂਦੀ। ਕਿਉਂ? ਸਤਿਗੁਰੂ ਦੇ ਬਚਨ ਹੈ ਬੀਓ ਪੂਛਨਾ ਮਸਲਤ ਧਰੈ ਜੋ ਕੁਛ ਕਰੈ ਸੋ ਆਪਹਿ ਕਰੈ। ਉਹ ਵਾਹਿਗੁਰੂ ਸਰਬ ਕਲਾ ਸਮਰੱਥ ਹੈ। ਆਪੇ ਵਡ ਪਾਤਸ਼ਾਹੋ ਆਪ ਵਜ਼ੀਰ ਟਿਆ। ਉਹ ਵਜ਼ੀਰ ਵੀ ਆਪ ਹੈ ਤੇ ਪਾਤਸ਼ਾਹ ਵੀ ਆਪ ਹੈ। ਇਸੇ ਲਈ ਉਹ ਆਪਣੇ ਵਿਚਾਰ ਦੇ ਅਨੁਸਾਰ ਆਪ ਹੀ ਉਹ ਵਾਹਿਗੁਰੂ ਫੈਸਲਾ ਕਰਦਾ ਹੈ। ਦੋਹਾਂ ਸਿਰਿਆਂ ਕਾ ਆਪ ਸੁਆਮੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਦੋ ਸਿਰੇ ਨੇ ਇੱਕ ਆ ਸੰਸਾਰ ਹੈ ਤੇ ਦੂਸਰਾ ਪਰਲੋਕ ਹੈ। ਇਹ ਜਿਹੜੇ ਦੋ ਸਿਰੇ ਨੇ ਇਹਨਾਂ ਦੋਹਾਂ ਦਾ ਮਾਲਕ ਭਾਵ ਦੋਹਾਂ ਜਹਾਨਾਂ ਦਾ ਮਾਲਕ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ। ਖੇਲੇ ਬਿਗਸੈ ਅੰਤਰਜਾਮੀ। ਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਅੰਤਰਜਾਮੀ ਅੰਦਰ ਦਾ ਜਾਣਨਹਾਰ ਹੈ ਅਥਵਾ ਸਾਡੇ ਅੰਦਰ ਦਾ ਪ੍ਰੇਰਕ ਹੈ। ਇਹ ਸੰਸਕ੍ਰਿਤ ਦਾ ਸ਼ਬਦ ਹੈ ਅੰਤਰਜਾਮਨ ਜਿਸ ਦਾ ਅਰਥ ਹੈ ਉਹ ਸਾਡੇ ਅੰਦਰ ਨੂੰ ਪ੍ਰੇਰਦਾ ਹੈ। ਇੱਕ ਤਾਂ ਸੂਲ ਸਰੀਰ ਹੈ, ਇਹਦੇ ਅੰਦਰ ਸੂਖਮ ਸਰੀਰ ਹੈ ਜਿਹਦੇ ਵਿੱਚ 5 ਗਿਆਨ ਇੰਦਰੀਏ 5 ਕਰਮ ਇੰਦਰੀਏ 5 ਪ੍ਰਾਣ ਮਨ ਬੁੱਧ ਚਿੱਤ ਹੰਕਾਰੀ 19 ਚੀਜ਼ਾਂ ਨੇ। ਇਹ ਸਾਰੀਆਂ ਵਾਹਿਗੁਰੂ ਦੀ ਚੇਤਨ ਸੱਤਾ ਦੇ ਆਸਰੇ ਹੀ ਕਿਰਿਆਸ਼ੀਲ ਨੇ। ਇਹ ਉਹਨਾਂ ਵੱਲ ਇਸ਼ਾਰਾ ਹੈ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਅੰਤਰਜਾਮੀ ਹੈ। ਸਾਡੀਆਂ ਇੰਦਰੀਆਂ ਨੂੰ ਵੀ ਉਹੀ ਪ੍ਰੇਰਦਾ ਹੈ। ਹੁਣ ਜਰਾ ਆਪਾਂ ਧਿਆਨ ਦੇ ਨਾਲ ਵੇਖੀ ਹੱਥਾਂ ਦੇ ਨਾਲ ਵੀ ਕਿਰਿਆ ਹੁੰਦੀ ਹੈ, ਪੈਰਾਂ ਦੇ ਨਾਲ ਵੀ ਅਸੀਂ ਚੱਲਦੇ ਹਾਂ, ਕੰਨਾਂ ਦੇ ਨਾਲ ਵੀ ਸੁਣਦੇ ਹਾਂ, ਅੱਖਾਂ ਦੇ ਨਾਲ ਵੀ ਅਸੀਂ ਵੇਖਦੇ ਹਾਂ ਤੇ ਅੱਖਾਂ ਦੀਆਂ ਪਲਕਾਂ ਵੀ ਆਪਣੇ ਆਪ ਹੀ ਹਿਲਦੀਆਂ ਰਹਿੰਦੀਆਂ। ਇਹ ਸਾਰੀ ਕਿਰਿਆ ਹੋ ਰਹੀ ਹੈ ਨਾ, ਇਹ ਵਾਹਿਗੁਰੂ ਆਪ ਕਰਵਾ ਰਿਹਾ ਹੈ। ਉਹਦੀ ਕਿਰਪਾ ਤੋਂ ਬਿਨਾਂ ਨਹੀਂ ਕੁਝ ਵੀ ਹੋ ਸਕਦਾ। ਜੇ ਰਸਨਾ ਬੋਲਦੀ ਹੈ ਇਹ ਵੀ ਉਹਦੀ ਕਿਰਪਾ ਹੀ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਖੇਲਾ ਬਿਕਸੈ ਅੰਤਰਜਾਮੀ। ਉਹ ਅਕਾਲ ਪੁਰਖ ਵਾਹਿਗੁਰੂ ਅੰਦਰ ਦਾ ਪ੍ਰੇਰਕ ਹੈ ਤੇ ਉਹ ਵਾਹਿਗੁਰੂ ਆਪ ਹੀ ਸਾਰੀਆਂ ਖੇਡਾਂ ਖੇਡ ਰਿਹਾ ਹੈ ਤੇ ਫਿਰ ਨਾਲ ਬਿਕਸੈ ਵੇਖ ਵੇਖ ਕੇ ਖੁਸ਼ ਵੀ ਹੁੰਦਾ ਹੈ। ਜੋ ਭਾਵੈ ਸੋ ਕਾਰ ਕਰਾਵੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੋ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਾਉਂਦਾ ਹੈ ਉਹੀ ਸੰਸਾਰ ਦੇ ਪਾਸੋਂ ਇਹਨਾਂ ਜੀਵਾਂ ਪਾਸੋਂ ਕਾਰ ਕਰਵਾਉਂਦਾ ਹੈ। ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਨੂੰ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕੋਈ ਹੋਰ ਨਜ਼ਰ ਆਉਂਦਾ ਹੀ ਨਹੀਂ। ਕਿਉਂਕਿ ਸੰਸਾਰ ਦੇ ਵਿੱਚ ਸਾਰੇ ਜੀਵ ਇੱਕੋ ਜਿਹੇ ਨਹੀਂ ਹੈ। ਕੋਈ ਚੰਗਾ ਕਰਦਾ ਹੈ, ਕੋਈ ਮਾੜਾ ਵੀ ਕਰਦਾ ਹੈ। ਕੋਈ ਚੰਗੇ ਕਰਨ ਵਾਲੇ ਦੇ ਕੰਮਾਂ ਦੇ ਵਿੱਚ ਵੀ ਟੰਗ ਅੜਾਉਂਦਾ ਹੈ। ਸੰਸਾਰ ਦੇ ਵਿੱਚ ਬਹੁਤ ਕੁਝ ਹੋ ਰਿਹਾ ਹੈ ਨਾ, ਪਰ ਹਜ਼ੂਰ ਕਹਿੰਦੇ ਨੇ ਗੁਰਮੁਖ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਤੇ ਹੀ ਟੇਕ ਰੱਖਦੇ ਨੇ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਨਾ ਕਿਸੇ ਸ਼ੈਤਾਨ ਨੂੰ ਤੇ ਨਾ ਕਿਸੇ ਕਲਯੁਗ ਨੂੰ, ਨਾ ਕਿਸੇ ਮਾਇਆ ਨੂੰ, ਨਾ ਕਿਸੇ ਹੋਰ ਬਲਾ ਨੂੰ ਮੰਨਦੇ ਨੇ। ਉਹ ਕਹਿੰਦੇ ਜੋ ਕਰ ਰਿਹਾ ਪਰਮੇਸ਼ਰ ਹੀ ਕਰ ਰਿਹਾ ਹੈ। ਕੋਈ ਚੰਗਾ ਕਰ ਰਿਹਾ, ਕੋਈ ਮਾੜਾ ਵੀ ਕਰ ਰਿਹਾ ਹੈ, ਹੁਕਮ ਮਾਲਕ ਦਾ ਹੀ ਹੈ, ਹੁਕਮ ਉਸੇ ਦਾ ਹੀ ਚੱਲਦਾ ਹੈ। ਹੁਕਮ ਹੈ ਅੰਦਰ ਸਭ ਕੋ
ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਈ। ਇਸੇ ਲਈ ਗੁਰਮੁਖ ਜਦੋਂ ਕੋਈ ਮੁਸੀਬਤ ਆਉਂਦੀ ਉਹ ਘਬਰਾਉਂਦੇ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਵਾਹਿਗੁਰੂ ਪਰਮੇਸ਼ਰ ਦੇ ਭਾਣੇ ਵਿੱਚ ਹੀ ਸਾਰਾ ਕੁਝ ਹੋ ਰਿਹਾ। ਜੇ ਚੰਗਾ ਹੋ ਰਿਹਾ ਜਾਂ ਕੋਈ ਮਾੜਾ ਹੋ ਰਿਹਾ ਹੈ, ਇਹ ਸਭ ਉਹਦੇ ਹੁਕਮ ਦੀ ਖੇਡ ਹੈ। ਉਸ ਵਾਹਿਗੁਰੂ ਦੇ ਭਾਣੇ ਵਿੱਚ ਹੀ ਖੁਸ਼ ਰਹਿੰਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਜੋ ਭਾਵੈ ਸੋ ਕਾਰ ਕਰਾਵੈ। ਜੋ ਉਸ ਵਾਹਿਗੁਰੂ ਨੂੰ ਪਾਉਂਦਾ ਉਹੀ ਚੰਗੀ ਮਾੜੀ ਕਾਰ ਕਿਰਤ ਕਰਾਉਂਦਾ ਹੈ। ਸਾਨੂੰ ਤੇ ਉਸ ਤੋਂ ਬਿਨਾਂ ਹੋਰ ਕੋਈ ਦਿਸਦਾ ਹੀ ਨਹੀਂ ਹੈ। ਕਹੋ ਮਨੁੱਖ ਤੇ ਕਿਆ ਹੋਏ ਆਵੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹੜਾ ਮਨੁੱਖ ਬਹੁਤੀਆਂ ਡੀਂਗਾਂ ਮਾਰਦਾ ਹੈ, ਮੈਂ ਆਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ, ਹਜ਼ੂਰ ਕਹਿੰਦੇ ਦੱਸੋ ਭਾਈ ਮਨੁੱਖ ਤੋਂ ਕੀ ਹੋ ਸਕਦਾ ਹੈ? ਇਹ ਕੀ ਕਰ ਸਕਦਾ ਹੈ? ਇਹਦੇ ਵੱਸ ਹੈ ਕੀ? ਅਸਲੀ ਗੱਲ ਗੁਰੂ ਮਹਾਰਾਜ ਇਹ ਸਾਨੂੰ ਸਮਝਾ ਰਹੇ ਹਨ। ਮਨੁੱਖ ਤਾਂ ਐਵੇਂ ਵਾਧੂ ਹੰਕਾਰ ਦੇ ਵਿੱਚ ਹੀ ਸ਼ੀਖੀਆਂ ਮਾਰ ਬੈਠਦਾ ਹੈ, ਤੇ ਪਰ ਇਹਦੇ ਹੱਥ ਕੁਝ ਵੀ ਨਹੀਂ ਹੈ। ਜੋ ਤਿਸ ਭਾਵੈ ਸੋਈ ਕਰਾਵੈ। ਅਸਲੀ ਤਾਂ ਗੱਲ ਇਹ ਹੈ, ਹਜ਼ੂਰ ਕਹਿੰਦੇ ਜੋ ਉਸ ਵਾਹਿਗੁਰੂ ਨੂੰ ਪਾਉਂਦਾ ਹੈ ਵੀ ਉਹੀ ਉਹ ਕੰਮ ਕਰਾਉਂਦਾ ਹੈ। ਇਸ ਕੈ ਹਾਥ ਹੋਏ ਤਾਂ ਸਭ ਕਿਛ ਲੈ। ਲੋ ਸਤਿਗੁਰੂ ਕਹਿੰਦੇ ਨੇ, ਜੇ ਕਿਸੇ ਨੂੰ ਭੁਲੇਖਾ ਹੋਵੇ ਵੀ ਬੰਦੇ ਦੇ ਹੱਥ ਵਿੱਚ ਵੀ ਤਾਂ ਬਹੁਤ ਕੁਛ ਹੈ, ਇਹ ਸਭ ਕੁਝ ਕਰ ਸਕਦਾ ਹੈ। ਤੇ ਸਤਿਗੁਰੂ ਮਹਾਰਾਜ ਇਹਦੇ ਬਾਰੇ ਅੱਗੇ ਵਿਕਲਪ ਕਰਦੇ ਹਨ। ਇਸ ਕੈ ਹਾਥ ਹੋਏ ਤਾਂ ਸਭ ਕਿਛ ਲੈ। ਜੇ ਕਹਿੰਦੇ ਇਸ ਬੰਦੇ ਦੇ ਹੱਥ ਵਸ ਸਾਰਾ ਕੁਝ ਹੋਵੇ ਤੇ ਇਹ ਤਾਂ ਸਭ ਕੁਝ ਲੈ, ਸਾਰਾ ਕੁਝ ਹੀ ਲੈ ਸਕਦਾ ਹੈ। ਹਰ ਆਦਮੀ ਦੀਆਂ ਬੜੀਆਂ ਖਾਹਿਸ਼ਾਂ ਹੁੰਦੀਆਂ ਨੇ, ਵੀ ਮੈਂ ਕਾਰ ਲੈ ਲਵਾਂ, ਮੈਂ ਚੰਗਾ ਮਕਾਨ ਲੈ ਲਵਾਂ, ਮੈਂ ਰਾਜਾ ਬਣ ਜਾਵਾਂ, ਕੋਈ ਉੱਚਾ ਮੁਰਾਤਬਾ ਹਾਸਲ ਕਰ ਲਵਾਂ। ਬੰਦੇ ਦੀਆਂ ਇੱਛਾ ਤੇ ਖਾਹਿਸ਼ਾਂ ਤੇ ਪੂਰੀਆਂ ਹੁੰਦੀਆਂ ਹੀ ਨਹੀਂ। ਜੇ ਮਨੁੱਖ ਦੇ ਹੱਥ ਵਿੱਚ ਹੀ ਸਾਰਾ ਕੁਝ ਹੋਵੇ ਤਾਂ ਫਿਰ ਜੋ ਵੀ ਚਾਹੁੰਦਾ ਸਾਰਾ ਕੁਝ ਲੈ ਸਕਦਾ ਹੈ। ਜੋ ਤਿਸ ਭਾਵੈ ਸੋਈ ਕਰੇ। ਪਰ ਹਜ਼ੂਰ ਕਹਿੰਦੇ ਐਸੀ ਕੋਈ ਗੱਲ ਨਹੀਂ ਹੈ। ਜੋ ਉਸ ਵਾਹਿਗੁਰੂ ਨੂੰ ਪਾਉਂਦਾ ਹੈ, ਇਹ ਮਨੁੱਖ ਉਹੀ ਕੰਮ ਕਰ ਰਿਹਾ ਹੈ। ਅਨਜਾਨਤ ਵਿਖਿਆ ਮਹਿ ਰਚੈ। ਲੋ ਸਤਿਗੁਰੂ ਕਹਿੰਦੇ ਨੇ, ਜਰਾ ਸੋਚ ਵਿਚਾਰ ਕੇ ਦੇਖੋ, ਜਿਹੜਾ ਮਨੁੱਖ ਆਪਣੇ ਆਪ ਨੂੰ ਬਹੁਤਾ ਸਿਆਣਾ ਸਮਝਦਾ ਹੈ, ਉਹ ਇਸ ਗੱਲ ਦੀ ਵਿਚਾਰ ਕਰਕੇ ਦੇਖੇ। ਹਰ ਆਦਮੀ ਅਣਜਾਣਨ ਦਾ ਅਰਥ ਹੈ ਅਣਜਾਣ ਪੁਣੇ ਵਿੱਚ, ਆਪਣੇ ਅਗਿਆਨ ਵਿੱਚ, ਆਪਣੀ ਨਾਸਮਝੀ ਦੇ ਕਾਰਨ ਵਿਖਿਆ ਮੈਂ ਰਚਿਆ। ਵਿਖਿਆ ਦਾ ਅਰਥ ਹੈ ਮਾਇਆ। ਦੂਸਰਾ ਵਿਖਿਆ ਦਾ ਅਰਥ ਹੈ ਜਿਹੜੇ ਵਿਸ਼ੇ ਨੇ, ਸ਼ਬਦ, ਸਪਰਸ, ਰੂਪ, ਰਸ, ਗੰਧ। ਇਹ ਮਨੁੱਖ ਇਹਨਾਂ ਦੇ ਵਿੱਚ ਤਦਾਕਾਰ ਹੁੰਦਾ। ਭਾਵ ਆਪਣੀ ਅਗਿਆਨਤਾ ਵਿੱਚ, ਆਪਣੀ ਨਾਸਮਝੀ ਦੇ ਕਾਰਨ ਇਹ ਮਨੁੱਖ ਮਾਇਆ ਵਿੱਚ ਤੇ ਵਿਸ਼ਿਆਂ ਵਿੱਚ ਤਦਾਕਾਰ ਹੋ ਰਿਹਾ ਹੈ। ਜੇ ਜਾਣਤ ਆਪਨ ਆਪ ਬਚੈ। ਤੇ ਜੇ ਮਨੁੱਖ ਆਪਣੇ ਆਪ ਨੂੰ ਸਮਰੱਥ ਜਾਣਦਾ ਹੈ, ਜੇ ਕੋਈ ਮਨੁੱਖ ਆਪਣੇ ਆਪ ਨੂੰ ਚੰਗਾ ਸਮਝਦਾ ਹੈ, ਤੇ ਫਿਰ ਇਹ ਭਾਈ ਆਪਣੇ ਆਪ ਬਚ ਜਾਵੇ। ਕੋਈ ਆਦਮੀ ਨਾ ਤੇ ਮਾਇਆ ਦੇ ਪ੍ਰਭਾਵ ਤੋਂ ਬਚ ਸਕਦਾ ਹੈ, ਨਾ ਵਿਸ਼ਿਆਂ ਤੋਂ ਬਚ ਸਕਦਾ ਹੈ। ਜੇ ਇਸ ਮਨੁੱਖ ਦੇ ਹੱਥ ਵਿੱਚ ਕੋਈ ਪਾਵਰ ਹੈ, ਸਤਿਗੁਰੂ ਕਹਿੰਦੇ ਆਪਣੇ ਆਪ ਬਚ ਕੇ ਦਿਖਾ ਦੇਵੇ। ਪਰ ਇਸ ਮਨੁੱਖ ਦੇ ਹੱਥ ਵਸ ਕੁਝ ਵੀ ਨਹੀਂ ਹੈ। ਭਰਮੇ ਭੂਲਾ ਦਹਿ ਦਿਸ ਧਾਵੈ। ਲੋ ਸਤਿਗੁਰੂ ਕਹਿੰਦੇ ਨੇ, ਇਹ ਮਨੁੱਖ ਤਾਂ ਭਰਮ ਦੇ ਵਿੱਚ ਭੁੱਲਿਆ ਹੋਇਆ ਹੈ, ਜਿਹੜਾ ਇਹ ਸਮਝੀ ਬੈਠਾ ਹੈ ਵੀ ਮੈਂ ਆਪਣੀ ਮਰਜ਼ੀ ਨਾਲ ਜੋ ਵੀ ਕੁਝ ਕਰਨਾ ਚਾਹਾਂ ਮੈਂ ਕਰ ਸਕਦਾ ਹਾਂ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ, ਮਹਾਂਪੁਰਖ ਦੱਸਦੇ ਸਨ ਬਈ ਇਹ ਜਿਹੜਾ ਮਨੁੱਖ ਹੈ ਨਾ, ਇਸ ਨੂੰ ਵਾਹਿਗੁਰੂ ਪਰਮੇਸ਼ਰ ਨੇ ਕੁਝ ਕੁ ਸੀਮਤ ਅਧਿਕਾਰ ਜ਼ਰੂਰ ਦਿੱਤੇ ਹੋਏ ਨੇ, ਕਿਉਂਕਿ ਇਸ ਮਨੁੱਖ ਨੂੰ ਸਾਰੀਆਂ ਜੂਨਾਂ ਦਾ ਬਾਦਸ਼ਾਹ ਜੋ ਬਣਾਇਆ ਹੋਇਆ। ਇਸ ਧਰਤੀ ਮੈਂ ਤੇਰੀ ਸਿਖਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਤੇ ਵਾਹਿਗੁਰੂ ਨੇ ਆਖਿਆ ਹੈ ਇਸ ਮਨੁੱਖ ਨੂੰ, ਤੂੰ ਕੰਮ ਕਰਨ ਵਾਸਤੇ ਸੁਤੰਤਰ ਹੈ। ਕੋਈ ਚੰਗਾ ਕਰ ਲੈ, ਮਾੜਾ ਕਰ ਲੈ, ਤੇਰੀ ਖੁਸ਼ੀ ਹੈ, ਪਰ ਫਲ ਭੋਗਣ ਵਾਸਤੇ ਤੂੰ ਪਤੰਤਰ ਹੈ। ਕਰਨਾ ਤੇਰੀ ਮਰਜ਼ੀ ਹੈ ਤੇ ਫਲ ਭੋਗਣਾ ਤੈਨੂੰ ਵਾਹਿਗੁਰੂ ਦੀ ਮਰਜ਼ਾਦਾ ਅਨੁਸਾਰ ਪਵੇਗਾ। ਤੇ ਹੋ ਵੀ ਇਸੇ ਤਰ੍ਹਾਂ ਹੀ ਰਿਹਾ ਹੈ। ਨਹੀਂ ਹੁਣ ਆਮ ਸੰਸਾਰ ਵਿੱਚ ਜਦੋਂ ਆਪਾਂ ਨਜ਼ਰ ਮਾਰ ਕੇ ਵੇਖਦੇ ਹਾਂ, ਜਦੋਂ ਆਦਮੀ ਮਾੜਾ ਕੰਮ ਕਰਦਾ ਹੈ ਉਹਦਾ ਫਲ ਹੁੰਦਾ ਦੁੱਖ, ਮੁਸੀਬਤ, ਕਸ਼ਟ। ਉਹ ਕੌਣ ਲੈਣ ਨੂੰ ਤਿਆਰ ਹੈ? ਕੋਈ ਵੀ ਨਹੀਂ। ਪਰ ਜਿਹੋ ਜਿਹੇ ਮਨੁੱਖ ਕਰਮ ਕਰਦਾ ਹੈ ਉਹਦਾ ਫਲ ਵਾਹਿਗੁਰੂ ਫਿਰ ਦਿੰਦਾ ਹੈ। ਮਨੁੱਖ ਕੰਮ ਕਰਨ ਦੇ ਲਈ ਸੁਤੰਤਰ ਹੈ, ਪਰ ਭੋਗਣ ਲਈ ਸਮਰੱਥ ਨਹੀਂ। ਇਹਨੂੰ ਪੂਰਨ ਆਜ਼ਾਦ ਨਹੀਂ ਵਾਹਿਗੁਰੂ ਨੇ ਪੈਦਾ ਕੀਤਾ। ਜਾਂ ਇਉਂ ਸਮਝ ਲਓ, ਇਸ ਮਨੁੱਖ ਨੂੰ
ਵਾਹਿਗੁਰੂ ਪਰਮੇਸ਼ਰ ਨੇ ਜਿਵੇਂ ਘੜੇ ਦੀ ਮੱਛੀ ਹੁੰਦੀ ਹੈ, ਕਈਆਂ ਸ਼ੌਕ ਦੇ ਨਾਲ ਘਰਾਂ ਦੇ ਵਿੱਚ ਵੀ ਉਹ ਮੱਛੀਆਂ ਛੋਟੀਆਂ ਛੋਟੀਆਂ ਰੱਖ ਲੈਂਦੇ ਨੇ, ਅਤੇ ਜੇ ਹੁਣ ਉਹ ਮੱਛੀ ਆਖੇ ਮੈਂ ਤਾਂ ਆਜ਼ਾਦ ਹਾਂ, ਪਰ ਘੜੇ ਦੀ ਮੱਛੀ ਕਦੇ ਆਜ਼ਾਦ ਹੋ ਸਕਦੀ ਹੈ? ਉਸ ਘੜੇ ਦੇ ਵਿੱਚ ਤਾਂ ਠੀਕ ਹੈ, ਉਹ ਆਪਣੀ ਮਰਜ਼ੀ ਨਾਲ ਵਿਚਰ ਸਕਦੀ ਹੈ, ਪਰ ਘੜੇ ਦੀ ਮੱਛੀ ਨੂੰ ਤਾਂ ਜਦੋਂ ਮਰਜ਼ੀ ਤੁਸੀਂ ਪਕੜ ਲਵੋ। ਇਸੇ ਤਰ੍ਹਾਂ ਮਨੁੱਖ ਦੀ ਸਾਰੀ ਗੱਲ ਹੈ। ਇਹ ਤਾਂ ਘੜੇ ਦੀ ਮੱਛੀ ਹੈ ਜਾਂ ਪਿੰਜਰੇ ਦਾ ਪੰਛੀ ਹੈ, ਅਤੇ ਸਮਝੀ ਬਹੁਤ ਕੁਛ ਬੈਠਾ ਆਪਣੇ ਆਪ ਨੂੰ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਜਿਹੜਾ ਮਨੁੱਖ ਆਪਣੇ ਆਪ ਨੂੰ ਬਹੁਤਾ ਸਿਆਣਾ ਸਮਝਦਾ ਹੈ, ਉਹ ਫਿਰ ਵਿਸ਼ਿਆਂ ਤੋਂ, ਮਾਇਆ ਦੇ ਪ੍ਰਭਾਵ ਤੋਂ ਬਚ ਕੇ ਦਿਖਾਵੇ ਨਾ। ਇਹ ਮਨੁੱਖ ਭਰਮ ਦੇ ਵਿੱਚ ਭੁੱਲਿਆ ਹੋਇਆ ਦਸੋ ਦਿਸ਼ਾ ਵਿੱਚ ਦੌੜ ਰਿਹਾ ਹੈ। ਨਿਮਖ ਮਾਹੇ 4 ਕੁੰਡ ਫਿਰ ਆਵੇ। ਲੋ ਸਤਿਗੁਰੂ ਕਹਿੰਦੇ ਨੇ ਇੱਕ ਨਿਮਖ ਦੇ ਵਿੱਚ ਹੀ, ਅੱਖ ਦੇ ਫੋਰੇ ਦੇ ਵਿੱਚ ਹੀ